ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਜੇ ਵੀ ਇੰਜ ਲੱਗਦਾ ਹੈ ਕਿ ਜਿਵੇਂ ਹਮਲੇ ਦੀ ਖਬਰ ਕੁਝ ਸੈਕਿੰਡ ਪਹਿਲਾਂ ਦੀ ਹੋਵੇ। ਜੋ ਬਾਈਡਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਸ਼ ਨੇ ਅੱਤਵਾਦੀ ਹਮਲਿਆਂ 'ਚ ਜਾਨ ਗਵਾਉਣ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ। ਅਮਰੀਕਾ ਨੇ ਛੱਡਿਆ ਸਾਊਦੀ ਅਰਬ ਦਾ ਸਾਥ, ਹਟਾਈ ਮਿਜ਼ਾਈਲ ਰੱਖਿਆ ਪ੍ਰਣਾਲੀ। ਅਮਰੀਕੀ ਖੁਫੀਆ ਏਜੰਸੀ ਤੋਂ ਟ੍ਰੇਨਿੰਗ ਪ੍ਰਾਪਤ ਅਫਗਾਨੀਆਂ ਨੂੰ ਤਾਲਿਬਾਨ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ। ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਮੌਤ ਦਾ 11 ਗੁਣਾ ਵੱਧ ਖਤਰਾ। ਕੋਵਿਡ-19 ਦੇ ਆਏ ਮਾਮਲਿਆਂ ਦਾ ਤਾਜ਼ਾ ਅਧਿਐਨ। 21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਇਤਿਹਾਸ ਵਿੱਚ 11 ਸਤੰਬਰ ਦਾ ਦਿਨ ਕਾਲੇ ਅੱਖਰਾਂ 'ਚ ਦਰਜ ਹੈ। ਇਸ ਦਿਨ 2001 ਵਿੱਚ ਹੋਏ ਜ਼ਬਰਦਸਤ ਅੱਤਵਾਦੀ ਹਮਲੇ ਨੇ ਵਿਸ਼ਵ ਸ਼ਕਤੀ ਅਮਰੀਕਾ ਨੂੰ ਕੰਬਾ ਦਿੱਤਾ ਸੀ, ਜਿਸ ਨੇ ਤਕਰੀਬਨ 3000 ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਮਲੇ ਦੀ 20ਵੀਂ ਬਰਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀਆਂ ਨੂੰ ਇੱਕ ਸੰਦੇਸ਼ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਬਾਈਡਨ ਨੇ ਕਿਹਾ ਕਿ 11 ਸਤੰਬਰ 2001 ਦੇ 20 ਸਾਲ ਬਾਅਦ ਅਸੀਂ 2977 ਲੋਕਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਗਵਾ ਦਿੱਤਾ ਸੀ। ਅਸੀਂ ਇਹਨਾਂ ਲੋਕਾਂ ਦਾ ਸਨਮਾਨ ਕਰਦੇ ਹਾਂ। ਇਸ ਹਮਲੇ ਦੀ ਬਰਸੀ ਤੇ ਯੂਨਾਈਟਿਡ ਨੇਸ਼ਨਜ਼ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਵੀ ਅੱਤਵਾਦ ਨੂੰ ਹਰ ਤਰ੍ਹਾਂ ਨਾਲ ਰੋਕਣ ਤੇ ਮੁਕਾਬਲਾ ਕਰਨ ਦੀ ਵਚਨਬੱਧਤਾ ਦੁਹਰਾਈ। ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ ਦੇ ਪ੍ਰਤੀਨਿਧੀ TM ਤ੍ਰਿਮੂਰਤੀ ਨੇ ਨਿਊਯਾਰਕ ਦੇ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਾਲ 2001 ਨੂੰ 11 ਸਤੰਬਰ ਦੇ ਦਿਨ ਅਲ-ਕਾਇਦਾ ਦੇ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲੀ ਹਥਿਆਰ ਦੀ ਤਰ੍ਹਾਂ ਵਰਤੋਂ ਕਰਦਿਆਂ ਅਮਰੀਕਾ ਦੇ ਮਸ਼ਹੂਰ ਵਰਲਡ ਟ੍ਰੇਡ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਹਜ਼ਾਰਾਂ ਅਮਰੀਕੀਆਂ ਦੀ ਜਾਨ ਚਲੀ ਗਈ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਦੇ ਤੌਰ ਤੇ ਦੇਖਿਆ ਜਾਂਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ W. ਬੁਸ਼ ਨੇ ਪੈਨਸਿਲਵੇਨੀਆ 'ਚ ਫਲਾਈਟ 93 ਨੈਸ਼ਨਲ ਮੈਮੋਰੀਅਲ 'ਚ ਲੋਕਾਂ ਨੂੰ ਕਿਹਾ ਕਿ ਅਮਰੀਕੀਆਂ ਨੇ 11 ਸਤੰਬਰ ਦੇ ਦਿਨ ਆਪਣੇ ਬਾਰੇ 'ਚ ਬਹੁਤ ਕੁਝ ਸਿੱਖਿਆ। ਬੁਸ਼ ਨੇ ਸ਼ਨੀਵਾਰ ਨੂੰ ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਤੇ ਸ਼ਰਧਾਂਜਲੀ ਸਮਾਰੋਹ ਵਿੱਚ ਕਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਬਹਾਦਰੀ ਦਿਖਾਈ ਅਤੇ ਮੌਤ ਦੇ ਸਾਹਮਣੇ ਡਟ ਕੇ ਮੁਕਾਬਲਾ ਕਰਨ ਦੇ ਬਾਰੇ 'ਚ ਜਾਣਿਆ। ਜਾਰਜ W. ਬੁਸ਼ ਅੱਤਵਾਦੀ ਹਮਲਿਆਂ ਦੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਸਨ। ਉਹਨਾਂ ਨੇ ਫਲਾਈਟ 93 ਦੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਸਾਹਸ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਕੈਪੀਟਲ ਤੇ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਉਹ ਜਹਾਜ਼ ਪੇਂਡੂ ਪੈਨਸਿਲਵੇਨੀਆ ਖੇਤਰ 'ਚ ਹਾਦਸਾਗ੍ਰਸਤ ਹੋਇਆ ਸੀ। ਬੁਸ਼ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ 33 ਯਾਤਰੀ ਅਤੇ ਚਾਲਕ ਦਲ ਦੇ 7 ਮੈਂਬਰਾਂ ਨੇ ਅਦਭੁਤ ਸਾਹਸ ਦਿਖਾਇਆ ਤੇ ਉਹ ਅਮਰੀਕਾ ਦੇ ਲਈ ਇਕਜੁੱਟ ਹੋ ਗਏ। ਬੁਸ਼ ਨੇ ਕਿਹਾ ਕਿ ਅੱਤਵਾਦੀਆਂ ਨੂੰ ਜਲਦ ਹੀ ਅੰਦਾਜ਼ਾ ਹੋ ਗਿਆ ਕਿ ਅਮਰੀਕਾ ਦੇ ਇਹ ਲੋਕ ਸਧਾਰਨ ਨਹੀਂ ਸਗੋਂ ਵਿਸ਼ੇਸ਼ ਲੋਕਾਂ ਦਾ ਸਮੂਹ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਫਲਾਈਟ 93 ਨੈਸ਼ਨਲ ਮੈਮੋਰੀਅਲ ਤੇ 11 ਸਤੰਬਰ ਨੂੰ ਜਾਨ ਗਵਾਉਣ ਵਾਲੇ ਲੋਕਾਂ ਨੂੰ ਯਾਦ ਕਰਦੇ ਹੋਏ ਆਪਣਾ ਸੰਬੋਧਨ ਕੀਤਾ। ਹੈਰਿਸ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਇਹਨਾਂ ਲੰਘੇ 20 ਸਾਲਾਂ 'ਚ ਕਈ ਲੋਕਾਂ ਨੇ ਡੂੰਘੇ ਦੁੱਖ ਮਹਿਸੂਸ ਕੀਤੇ ਨੇ। ਅਸੀਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਨਾਲ ਖੜੇ ਹਾਂ। ਅਮਰੀਕਾ ਨੇ ਹਾਲ ਦੇ ਹਫ਼ਤਿਆਂ ਵਿੱਚ ਸਾਊਦੀ ਅਰਬ ਤੋਂ ਇੱਕ ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀ ਅਤੇ ਪੈਟਰੀਅਟ ਬੈਟਰੀ ਨੂੰ ਹਟਾ ਲਿਆ। ਇਹ ਅਜਿਹੇ ਸਮੇਂ 'ਚ ਹੋ ਰਿਹਾ ਜਦ ਦੇਸ਼ ਯਮਨ ਦੇ ਹੂਤੀ ਵਿਦਰੋਹੀਆਂ ਨਾਲ ਲਗਾਤਾਰ ਹਵਾਈ ਹਮਲਿਆਂ ਦਾ ਸਾਹਮਣਾ ਕਰ ਰਿਹਾ। ਦੀ ਐਸੋਸੀਏਟਿਡ ਪ੍ਰੈਸ ਵੱਲੋਂ ਸੈਟੇਲਾਈਟ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਇਹ ਜਾਣਕਾਰੀ ਹਾਸਲ ਹੋਈ ਹੈ। ਦੱਸਦੀ ਹੈ ਕਿ ਜੋ ਬਾਈਡਨ ਪ੍ਰਸ਼ਾਸਨ ਨੇ 20 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਵਾਪਸ ਬੁਲਾ ਲਿਆ। ਰਿਆਦ ਤੋਂ ਬਾਅਦ ਪ੍ਰਿੰਸ ਸੁਲਤਾਨ 에ਅਰ ਬੇਸ ਤੋਂ ਸੁਰੱਖਿਆ ਪ੍ਰਣਾਲੀ ਨੂੰ ਹਟਾਉਣ ਦੀ ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਜਦ ਅਮਰੀਕਾ ਦੇ ਖਾੜੀ ਅਰਬ ਸਹਿਯੋਗੀਆਂ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਹਫੜਾ ਦਫੜੀ ਵਾਲੇ ਮਾਹੌਲ ਵਿੱਚ ਵਾਪਸੀ ਦੇਖੀ ਹੈ। ਈਰਾਨ ਦਾ ਮੁਕਾਬਲਾ ਕਰਨ ਵਾਲੇ ਅਰਬ ਪ੍ਰਾਇਦੀਪ ਵਿੱਚ ਹਜ਼ਾਰਾਂ ਅਮਰੀਕੀ ਫੌਜੀ ਬਣੇ ਹੋਏ ਨੇ। ਖਾੜੀ ਅਰਬ ਦੇਸ਼ਾਂ ਨੂੰ ਅਮਰੀਕਾ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ, ਕਿਉਂਕਿ ਉਸ ਦੀ ਫੌਜ ਏਸ਼ੀਆ ਵਿੱਚ ਵੱਧਦੇ ਫੌਜੀ ਖੇਤਰੀ ਨੂੰ ਮੰਨਦੀ ਹੈ ਅਤੇ ਉਸ ਦੇ ਲਈ ਉਸ ਨੂੰ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਲੋੜ ਹੈ। ਉੱਥੇ ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪਰਮਾਣੂ ਸਮਝੌਤੇ ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਵਿਆਨਾ 'ਚ ਹੋ ਰਹੀ ਗੱਲਬਾਤ ਵੀ ਰੁਕ ਗਈ, ਜਿਸ ਨਾਲ ਖੇਤਰ 'ਚ ਅੱਗੇ ਸੰਘਰਸ਼ ਦੇ ਖਤਰੇ ਵੱਧ ਗਏ ਨੇ। ਰਾਈਸ ਯੂਨੀਵਰਸਿਟੀ ਦੇ ਜੇਮਸ ਏ ਬੇਕਰ 111 ਤੇ ਇੰਸਟੀਚਿਊਟ ਫਾਰ ਪਬਲਿਕ ਪਾਲਿਸੀ ਦੇ ਇੱਕ ਰਿਸਰਚ ਕ੍ਰਿਸਟਨ ਓਰਿਸਨ ਨੇ ਕਿਹਾ ਕਿ ਧਾਰਨਾਵਾਂ ਕਾਫੀ ਮਾਇਨੇ ਰੱਖਦੀਆਂ ਨੇ, ਚਾਹੇ ਉਹ ਅਸਲ ਹੋਣ ਜਾਂ ਨਹੀਂ, ਅਤੇ ਅਜੇ ਇਸ ਖੇਤਰ ਵਿੱਚ ਫੈਸਲੇ ਲੈਣ ਵਾਲੇ ਅਧਿਕਾਰੀਆਂ ਦੀ ਇਹ ਧਾਰਨਾ ਹੈ ਕਿ ਅਮਰੀਕਾ ਇਸ ਖੇਤਰ ਦੇ ਪ੍ਰਤੀ ਹੁਣ ਉਨਾ ਵਚਨਬੱਧ ਨਹੀਂ ਜਿੰਨਾ ਉਹ ਹੋਇਆ ਕਰਦਾ ਸੀ।
ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ ਤੋਂ ਟ੍ਰੇਨਿੰਗ ਪ੍ਰਾਪਤ ਵਿਸ਼ੇਸ਼ ਫੋਰਸਾਂ ਦੇ ਮੁੱਖ ਸਮੂਹ ਦੇ ਮੈਂਬਰਾਂ ਨੂੰ ਰੂਸ ਤੋਂ ਪਾਬੰਦੀਸ਼ੁਦਾ ਤਾਲਿਬਾਨੀ ਅੱਤਵਾਦੀਆਂ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਹਨਾਂ ਨੇ ਕਾਬੁਲ ਵਿੱਚ ਅਮਰੀਕੀ ਨਿਕਾਸੀ ਮੁਹਿੰਮ ਵਿੱਚ ਮਦਦ ਕੀਤੀ ਸੀ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਦੇ ਸਮੂਹ ਦੇ ਕੁਝ ਮੈਂਬਰਾਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭਰਾ ਸੰਦੇਸ਼ ਭੇਜਿਆ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਬਦਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ 2000 ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਨਾਲ-ਨਾਲ 5550 ਸਥਾਨਕ ਦੂਤ ਘਰ ਦੇ ਮੁਲਾਜ਼ਮਾਂ, ਹੋਰ ਦੇਸ਼ਾਂ ਦੇ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਲਈ ਅਮਰੀਕੀ ਫੌਜ ਦੀ ਮਦਦ ਕੀਤੀ ਸੀ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਦੇ ਕੀਤੇ ਇੱਕ ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਟੀਕਾਕਰਨ ਨਹੀਂ ਕਰਵਾਇਆ, ਉਹਨਾਂ ਦੇ ਟੀਕਾਕਰਨ ਕਰਵਾ ਚੁੱਕੇ ਲੋਕਾਂ ਦੀ ਤੁਲਨਾ ਵਿੱਚ ਕੋਵਿਡ ਕਾਰਨ 11 ਗੁਣਾ ਵੱਧ ਮਰਨ ਦੀ ਸੰਭਾਵਨਾ ਹੈ। ਕੋਵਿਡ ਦੇ ਡੈਲਟਾ ਵਾਇਰਸ ਬਾਰੇ ਹੋਏ ਇਸ ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਦੇ ਬਿਮਾਰ ਹੋਣ ਦੀ 4.5 ਗੁਣਾ, ਹਸਪਤਾਲ ਵਿੱਚ ਦਾਖਲ ਹੋਣ ਦੀ 10 ਗੁਣਾ ਤੇ ਕੋਵਿਡ ਕਾਰਨ ਮਰ ਜਾਣ ਦੀ 11 ਗੁਣਾ ਵੱਧ ਸੰਭਾਵਨਾ ਹੈ। ਇਹ ਅਧਿਐਨ ਇਸ ਸਾਲ ਅਪ੍ਰੈਲ ਤੋਂ ਬਾਅਦ ਅਮਰੀਕਾ ਦੇ 13 ਰਾਜਾਂ ਵਿੱਚ ਕੋਵਿਡ ਕਾਰਨ ਬਿਮਾਰ ਹੋਏ 6 ਲੱਖ ਲੋਕਾਂ ਦੇ ਮਾਮਲਿਆਂ ਨੂੰ ਲੈ ਕੇ ਕੀਤਾ ਗਿਆ। CDC ਦੇ ਡਾਇਰੈਕਟਰ ਰੇਚੇਲ ਵੈਲੈਂਸਕੀ ਨੇ ਕਿਹਾ ਕਿ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੋਣ ਵਾਲੇ 90% ਤੋਂ ਵੱਧ ਉਹ ਲੋਕ ਹਨ ਜਿਨ੍ਹਾਂ ਨੇ ਕੋਵਿਡ ਟੀਕਾਕਰਨ ਨਹੀਂ ਕਰਵਾਇਆ ਹੈ। 2 ਹੋਰ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਟੀਕਾਕਰਨ ਤੋਂ ਕੁਝ ਸਮੇਂ ਬਾਅਦ ਵਿਸ਼ੇਸ਼ ਤੌਰ ਤੇ ਵੱਡੀ ਉਮਰ ਦੇ ਲੋਕਾਂ ਉੱਪਰ ਵੈਕਸੀਨ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਅਧਿਐਨ ਵਿੱਚ ਸਿਹਤ ਮਾਹਿਰਾਂ ਦੀ ਉਸ ਸਿਫਾਰਿਸ਼ ਦਾ ਸਮਰਥਨ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਮਰੀਕੀਆਂ ਨੇ 8 ਮਹੀਨੇ ਪਹਿਲਾਂ ਟੀਕਾਕਰਨ ਕਰਵਾਇਆ ਸੀ ਉਹਨਾਂ ਨੂੰ ਤੀਸਰਾ ਟੀਕਾ ਲਵਾ ਲੈਣ ਦੀ ਲੋੜ ਹੈ ਜੋ 20 ਸਤੰਬਰ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਵੈਲੈਂਸਕੀ ਨੇ ਕਿਹਾ ਕਿ ਸਾਡੇ ਕੋਲ ਵਿਗਿਆਨ ਦੇ ਸਾਧਨ ਹਨ ਜੋ ਇਸ ਮਹਾਮਾਰੀ ਨੂੰ ਖਤਮ ਕਰਨਗੇ। ਟੀਕਾਕਰਨ ਪ੍ਰਭਾਵੀ ਹੈ ਜੋ ਸਾਨੂੰ ਕੋਵਿਡ-19 ਕਾਰਨ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਏਗਾ। ਅਮਰੀਕੀ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਕੁਝ ਹੋਰ ਅਮਰੀਕੀ ਨਾਗਰਿਕਾਂ ਨੂੰ ਤਾਲਿਬਾਨ ਵੱਲੋਂ ਰਵਾਨਗੀ ਦੀ ਆਗਿਆ ਦਿੱਤੇ ਜਾਣ ਬਾਅਦ ਸੁਰੱਖਿਅਤ ਵਾਪਸ ਲਿਆਂਦਾ ਗਿਆ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ ਵਿੱਚ ਸ਼ੁੱਕਰਵਾਰ ਨੂੰ 21 ਅਮਰੀਕੀ ਨਾਗਰਿਕਾਂ ਅਤੇ 11 ਕਾਨੂੰਨੀ ਸਥਾਈ ਵਸਨੀਕਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਾਲਿਬਾਨ ਨੇ ਅਮਰੀਕੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਦੀ ਉਡਾਣ ਨੂੰ ਅਮਰੀਕੀ ਫੌਜਾਂ ਦੇ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਦੇ ਛੱਡਣ ਦੀ ਇਜਾਜ਼ਤ ਦਿੱਤੀ, ਜਿਸ ਉਪਰੰਤ ਇਸ ਦੌਰਾਨ ਕਤਰ ਏਅਰਵੇਜ਼ ਦੀ ਇੱਕ ਚਾਰਟਰ ਫਲਾਈਟ ਵੀ ਸ਼ੁੱਕਰਵਾਰ ਨੂੰ ਕਾਬੁਲ ਤੋਂ ਰਵਾਨਾ ਹੋਈ ਜਿਸ ਵਿੱਚ 19 ਅਮਰੀਕੀ ਨਾਗਰਿਕ ਸਵਾਰ ਸਨ, ਜਦਕਿ 2 ਅਮਰੀਕੀਆਂ ਨੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਈ ਅਣਦੱਸਿਆ ਲੈਂਡ ਬਾਰਡਰ ਕ੍ਰਾਸ ਕੀਤਾ। ਇਨ੍ਹਾਂ ਨਾਗਰਿਕਾਂ ਦੇ ਬਿਨਾਂ ਅਫਗਾਨਿਸਤਾਨ ਵਿੱਚ ਬਾਕੀ ਰਹਿੰਦੇ ਅਮਰੀਕੀ ਲੋਕਾਂ ਦੀ ਵਾਪਸੀ ਲਈ ਵੀ ਪ੍ਰਸ਼ਾਸਨ ਵੱਲੋਂ ਯਤਨ ਜਾਰੀ ਹਨ। ਫਲੋਰੀਡਾ ਦੀ ਅਪੀਲ ਕੋਰਟ ਨੇ ਗਵਰਨਰ ਰੌਨ ਡੀ ਸੈਂਟਸ ਦੇ ਉਸ ਆਦੇਸ਼ ਨੂੰ ਉਚਿਤ ਠਹਿਰਾਇਆ ਹੈ ਜਿਸ ਤਹਿਤ ਗਵਰਨਰ ਨੇ ਸਕੂਲਾਂ ਵਿੱਚ ਮਾਸਕ ਲਾਜ਼ਮੀ ਪਾਉਣ ਉੱਪਰ ਪਾਬੰਦੀ ਲਾ ਦਿੱਤੀ ਸੀ। ਇੱਕ ਅਦਾਲਤ ਦੇ ਉਸ ਨਿਰਣੇ ਨੂੰ ਅਪੀਲ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਟੇਟ ਜਬਰਨ ਮਾਸਕ ਪਾਬੰਦੀ ਲਾਗੂ ਕਰਨੀ ਬੰਦ ਕਰੇ। ਗਵਰਨਰ ਨੇ ਸਾਲ ਜੁਲਾਈ ਵਿੱਚ ਇੱਕ ਆਦੇਸ਼ ਜਾਰੀ ਕਰਕੇ ਫਲੋਰੀਡਾ ਦੇ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਸੀ ਕਿ ਹੰਗਾਮੀ ਨਿਯਮ ਜਾਰੀ ਕੀਤਾ ਜਾਵੇਗਾ ਜਿਸ ਤਹਿਤ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਣਾ ਬੱਚਿਆਂ ਦੇ ਮਾਪਿਆਂ ਉੱਪਰ ਛੱਡ ਦਿੱਤਾ ਜਾਵੇ। ਹੁਣ ਇਹ ਮਾਮਲਾ ਸਟੇਟ ਦੇ ਕੁਝ ਸਥਾਨਕ ਸਕੂਲ ਡਿਸਟ੍ਰਿਕਟਸ ਵਿਚਾਲੇ ਇੱਜ਼ਤ ਦਾ ਸਵਾਲ ਬਣ ਗਿਆ। ਇਹ ਸਕੂਲ ਚਾਹੁੰਦੇ ਹਨ ਕਿ ਕੋਵਿਡ ਤੋਂ ਬਚਣ ਲਈ ਬੱਚਿਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ। ਜਲਵਾਯੂ ਤਬਦੀਲੀ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਵਿਸ਼ੇਸ਼ ਦੂਤ ਜੋਹਨ ਕੈਰੀ ਅਗਲੇ ਹਫ਼ਤੇ ਭਾਰਤ ਆਉਣਗੇ। ਇਸ ਦੌਰਾਨ ਦੋਵੇਂ ਮੁਲਕ ਜਲਵਾਯੂ ਤਬਦੀਲੀ ਬਾਰੇ ਚੁੱਕੇ ਜਾਣ ਵਾਲੇ ਕਦਮਾਂ ਤੇ ਇਸ ਮੰਤਵ ਦੀ ਪੂਰਤੀ ਲਈ ਵਿੱਤੀ ਸਰੋਤ ਪੈਦਾ ਕਰਨ ਸੰਬੰਧੀ ਇੱਕ ਪ੍ਰੋਗਰਾਮ ਲਾਂਚ ਕਰਨਗੇ। ਕੈਰੀ 12 ਤੋਂ 14 ਸਤੰਬਰ ਤੱਕ ਭਾਰਤ ਦੇ ਦੌਰੇ ਉੱਤੇ ਹੋਣਗੇ। ਜਲਵਾਯੂ ਸੰਕਟ ਨਾਲ ਨਜਿੱਠਣ ਲਈ ਉਹ ਪੂਰੇ ਵਿਸ਼ਵ ਵਿੱਚ ਆਗੂਆਂ ਨਾਲ ਰਾਬਤਾ ਕਰ ਰਹੇ ਨੇ। ਕੈਰੀ ਇੱਥੇ ਆਪਣੇ ਭਾਰਤੀ ਹਮਰੁਤਬਾ ਤੇ ਪ੍ਰਾਈਵੇਟ ਸੈਕਟਰ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ ਤਾਂ ਕਿ ਆਲਮੀ ਪੱਧਰ ਉੱਤੇ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਇਸ ਤੋਂ ਇਲਾਵਾ ਸਾਫ਼ ਊਰਜਾ ਪੈਦਾ ਕਰਨ ਵੱਲ ਭਾਰਤ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਬਾਰੇ ਵੀ ਵਿਚਾਰ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ 24 ਅਗਸਤ ਨੂੰ ਕੈਰੀ ਨਾਲ ਫੋਨ ਉੱਤੇ ਵੀ ਗੱਲਬਾਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਪ੍ਰੈਲ 2021 ਵਿੱਚ ਜਲਵਾਯੂ ਬਾਰੇ ਆਗੂਆਂ ਦੇ ਹੋਏ ਸੰਮੇਲਨ ਵਿੱਚ ਕਈ ਮੁੱਦਿਆਂ ਉੱਤੇ ਚਰਚਾ ਕਰ ਚੁੱਕੇ ਨੇ। ਕੈਰੀ 26ਵੀਂ COP26 ਕਾਨਫਰੰਸ ਤੋਂ ਪਹਿਲਾਂ ਅਮਰੀਕਾ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਆਖਰੀ ਹੁਲਾਰਾ ਦੇਣ ਦੀ ਕੋਸ਼ਿਸ਼ ਕਰਨਗੇ। ਸੰਯੁਕਤ ਰਾਸ਼ਟਰ ਦੀ ਜਲਵਾਯੂ ਬਾਰੇ ਕਨਵੈਨਸ਼ਨ 31 ਅਕਤੂਬਰ ਤੋਂ 12 ਨਵੰਬਰ 2021 ਤੱਕ ਗਲਾਸਗੋ ਵਿੱਚ ਹੋਵੇਗੀ।
ਅਮਰੀਕਾ ਦੇ ਕਈ ਹਿੱਸਿਆਂ ਵਿੱਚ ਈਡਾ ਤੂਫਾਨ ਕਾਰਨ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ। ਇਸ ਤਰ੍ਹਾਂ ਮਾਲੀ ਅਤੇ ਜਾਨੀ ਨੁਕਸਾਨ ਤੋਂ ਬਾਅਦ ਅਧਿਕਾਰੀਆਂ ਨੂੰ ਇੱਕ ਹਫ਼ਤੇ ਬਾਅਦ ਪਸਾਇਕ ਟਾਊਨਸ਼ਿਪ ਦੀ ਨਦੀ ਵਿੱਚੋਂ 2 ਲਾਸ਼ਾਂ ਮਿਲੀਆਂ। ਪਸਾਇਕ ਦੇ ਮੇਅਰ ਹੈਕਟਰ ਲੌਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਕੀਰਨੀ ਅਤੇ ਨਿਵਾਰਕ ਵਿੱਚ ਨਦੀ ਵਿੱਚ ਮਿਲੀਆਂ 2 ਲਾਸ਼ਾਂ ਦੀ ਸਕਾਰਾਤਮਕ ਪਛਾਣ ਕਰ ਲਈ ਹੈ, ਜਿਸ ਮੁਤਾਬਕ ਉਹਨਾਂ ਦੀ ਸ਼ਨਾਖਤ ਇੱਕ ਕੁੜੀ ਨਿਧੀ ਅਤੇ ਦੂਜੇ ਮੁੰਡੇ ਆਯੂਸ਼ ਰਾਣਾ ਵਜੋਂ ਹੋਈ ਹੈ। ਇਹ ਦੋਵੇਂ ਹੜ੍ਹ ਦੇ ਪਾਣੀ ਵਿੱਚ ਰੁੜ ਗਏ ਸਨ ਅਤੇ ਜਦੋਂ ਬੀਤੇ ਦਿਨੀ ਤੂਫਾਨ ਈਡਾ ਕਾਰਨ ਤ੍ਰਿਰਾਜ ਖੇਤਰ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹ ਆਇਆ ਸੀ। ਇੱਕ ਰਾਹਗੀਰ ਨਿਵਾਸੀ ਨੇ ਕਿਹਾ ਸੀ ਕਿ ਉਸਨੇ 1 ਸਤੰਬਰ ਨੂੰ 2 ਲੋਕਾਂ ਨੂੰ ਪਾਣੀ ਵਿੱਚ ਰੁੜਦੇ ਹੋਏ ਵੇਖਿਆ। ਬੀਤੇ ਬੁੱਧਵਾਰ ਨੂੰ ਨਿਊ ਜਰਸੀ ਸੂਬੇ ਦੀ ਪਸਾਇਕ ਨਦੀ ਤੋਂ ਲਾਸ਼ਾਂ ਬਰਾਮਦ ਹੋਈਆਂ। ਤੂਫਾਨ ਈਡਾ ਨੇ ਉੱਤਰ ਪੂਰਬ ਵਿੱਚ ਇੱਕ ਈਡਾ ਤੂਫਾਨ ਦੇ ਰੂਪ ਵਿੱਚ ਜਾਣ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਲੂਸੀਆਨਾ ਅਤੇ ਖਾੜੀ ਤੱਟ ਤੇ ਭਾਰੀ ਤਬਾਹੀ ਮਚਾਈ, ਜਿੱਥੇ ਇਸਨੇ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਵੀ ਬਹੁਤ ਘਾਤਕ ਹੜ੍ਹ ਪੈਦਾ ਕਰ ਦਿੱਤੇ। ਅਧਿਕਾਰੀ ਅਜੇ ਵੀ ਇਸ ਤੂਫਾਨ ਦੀ ਸ਼ਕਤੀ ਤੇ ਨਜ਼ਰ ਬਣਾਏ ਹੋਏ ਨੇ, ਜਿਸ ਨੇ ਗਲੀਆਂ ਨੂੰ ਕੁਝ ਮਾਮਲਿਆਂ ਵਿੱਚ 5 ਫੁੱਟ ਉੱਚੀਆਂ ਨਦੀਆਂ ਵਿੱਚ ਬਦਲ ਕੇ ਰੱਖ ਦਿੱਤਾ ਸੀ ਅਤੇ ਨਿਊ ਜਰਸੀ ਵਿੱਚ ਘੱਟੋ-ਘੱਟ 27 ਮੌਤਾਂ ਹੋਈਆਂ। ਰਾਸ਼ਟਰਪਤੀ ਜੋ ਬਾਈਡਨ ਨੇ ਨਿਊ ਜਰਸੀ ਅਤੇ ਨਿਊਯਾਰਕ ਦੇ ਦੌਰੇ ਦੌਰਾਨ ਦੋਨੇ ਸੂਬਿਆਂ ਲਈ ਇੱਕ ਵੱਡੀ ਤਬਾਹੀ ਘੋਸ਼ਿਤ ਕੀਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਤੂਫਾਨ ਦੇ ਅਵਸ਼ੇਸ਼ਾਂ ਦੁਆਰਾ ਤਬਾਹ ਹੋਏ ਖੇਤਰਾਂ ਵਿੱਚ ਰਾਜ, ਆਦੀਵਾਸੀ ਅਤੇ ਸਥਾਨਕ ਰਿਕਵਰੀ ਯਤਨਾਂ ਨੂੰ ਪੂਰਾ ਕਰਨ ਲਈ ਸੰਘੀ ਦੇ ਸਹਾਇਤਾ ਦਾ ਆਦੇਸ਼ ਦਿੱਤਾ। ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਸਹੁੰ ਚੁੱਕ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਸਹੁੰ ਚੁੱਕ ਸਮਾਗਮ ਸਾਧਨਾਂ ਤੇ ਪੈਸੇ ਦੀ ਬਰਬਾਦੀ ਹੈ। ਹਾਲਾਂਕਿ ਸਮਾਗਮ ਰੱਦ ਕਰਨ ਪਿੱਛੇ ਅਸਲ ਕਾਰਨ ਸਹਿਯੋਗੀਆਂ ਦੇ ਦਬਾਅ ਨੂੰ ਵੀ ਮੰਨਿਆ ਜਾ ਰਿਹਾ। ਤਾਲਿਬਾਨ ਦੇ ਮੈਂਬਰ ਇਨਾਮੁੱਲਾ ਸਮਾਂਗਨੀ ਨੇ ਟਵਿੱਟਰ ਤੇ ਕਿਹਾ, ਨਵੀਂ ਅਫਗਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਨੂੰ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਲੋਕਾਂ 'ਚ ਕੋਈ ਭਰਮ ਨਾ ਫੈਲੇ, ਇਸ ਲਈ ਇਸਲਾਮਿਕ ਅਮੀਰਾਤ ਦੀ ਲੀਡਰਸ਼ਿਪ ਨੇ ਕੈਬਨਿਟ ਦੇ ਇੱਕ ਹਿੱਸੇ ਦਾ ਐਲਾਨ ਕਰ ਦਿੱਤਾ ਹੈ ਤੇ ਉਸਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕਰਨ ਵਾਲੀ ਤਾਲਿਬਾਨ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰੂਸ, ਚੀਨ, ਪਾਕਿਸਤਾਨ, ਕਤਰ ਤੇ ਈਰਾਨ ਨੂੰ ਸੱਦਾ ਭੇਜਿਆ ਸੀ। ਉਸ ਦੇ ਸੱਦੇ ਤੇ ਰੂਸ ਦਾ ਬਿਆਨ ਵੀ ਆ ਗਿਆ ਸੀ। ਰੂਸ ਨੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਸੀ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਸੀ ਕਿ ਤਾਲਿਬਾਨ ਆਪਣੀ ਸਰਕਾਰ ਨੂੰ 11 ਸਤੰਬਰ ਨੂੰ ਸਹੁੰ ਚੁਕਾ ਸਕਦਾ ਹੈ। 11 ਸਤੰਬਰ ਅਮਰੀਕਾ 'ਚ ਅੱਤਵਾਦੀ ਹਮਲੇ ਦੀ 20ਵੀਂ ਬਰਸੀ ਹੈ। ਮੰਨਿਆ ਜਾ ਰਿਹਾ ਕਿ ਤਾਲਿਬਾਨ ਦੇ ਸਹਿਯੋਗੀਆਂ ਨੇ ਉਸ ਨੂੰ ਅਜਿਹਾ ਨਾ ਕਰਨ ਲਈ ਮਨਾਇਆ ਹੋਵੇਗਾ। ਅੰਤਰਿਮ ਸਰਕਾਰ ਵਿੱਚ ਸਿਰਫ ਤਾਲਿਬਾਨ ਦੇ ਮੈਂਬਰਾਂ ਨੂੰ ਹੀ ਜਗ੍ਹਾ ਦੇਣ ਤੋਂ ਪਹਿਲਾਂ ਹੀ ਅਮਰੀਕਾ ਸਮੇਤ ਦੁਨੀਆ ਦੇ ਹੋਰਨਾਂ ਦੇਸ਼ ਉੱਤੇ ਸਵਾਲ ਕਰ ਰਹੇ ਸਨ। ਤਾਲਿਬਾਨ ਨੇ ਮਿਲੀ-ਜੁਲੀ ਸਰਕਾਰ ਦੇ ਗਠਨ ਦਾ ਵਾਅਦਾ ਕੀਤਾ ਸੀ, ਪਰ ਅੰਤਰਿਮ ਸਰਕਾਰ ਵਿੱਚ ਸਿਰ ਕੱਟੜਪੰਥੀਆਂ ਨੂੰ ਜਗ੍ਹਾ ਦਿੱਤੀ ਗਈ। ਸਰਕਾਰ ਵਿੱਚ ਸ਼ਾਮਲ ਕਈ ਚਿਹਰੇ ਸੰਯੁਕਤ ਰਾਸ਼ਟਰ ਦੇ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਨੇ। ਔਰਤਾਂ ਨੂੰ ਵੀ ਜਗ੍ਹਾ ਨਹੀਂ ਮਿਲੀ। ਰੂਸੀ ਨਿਊਜ਼ ਏਜੰਸੀ ਤਾਸਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਹਿਯੋਗੀਆਂ ਦੇ ਦਬਾਅ ਕਾਰਨ ਸਹੁੰ ਚੁੱਕ ਸਮਾਗਮ ਰੱਦ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਅਮਰੀਕਾ ਤੇ ਨਾਟੋ ਤੇ ਉਸਦੇ ਸਹਿਯੋਗੀ ਕਤਰ ਸਰਕਾਰ ਤੇ ਦਬਾਅ ਬਣਾ ਰਹੇ ਸਨ ਕਿ ਉਹ ਤਾਲਿਬਾਨ ਨੂੰ ਸਮਾਗਮ ਰੱਦ ਕਰਨ ਲਈ ਕਹਿਣ, ਕਿਉਂਕਿ ਇਹ ਬਹੁਤ ਹੀ ਗੈਰ ਮਨੁੱਖੀ ਹੋਵੇਗੀ। ਉਸਨੂੰ ਇਹ ਸਮਝਾਇਆ ਗਿਆ ਕਿ ਸਮਾਗਮ ਵਿੱਚ ਤਾਲਿਬਾਨ ਨੂੰ ਮਾਨਤਾ ਮਿਲਣ ਦੀਆਂ ਉਮੀਦਾਂ ਨੂੰ ਵੀ ਧੱਕਾ ਲੱਗ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਦਫ਼ਤਰ ਦੇ ਪ੍ਰਮੁੱਖ ਫਿਲਿੱਪੋ ਗ੍ਰਾਂਡੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਲੱਖਾਂ ਉਜੜੇ ਲੋਕਾਂ ਨੂੰ ਮਦਦ ਦੇਣ ਲਈ ਏਜੰਸੀ ਤਾਲਿਬਾਨ ਨਾਲ ਗੱਲਬਾਤ ਕਰੇਗੀ। ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਗ੍ਰਾਂਡੀ ਨੇ ਇਹ ਵੀ ਕਿਹਾ ਕਿ ਅਜੇ ਤੱਕ ਅਜਿਹਾ ਨਹੀਂ ਦੇਖਿਆ ਗਿਆ ਕਿ ਵੱਡੀ ਗਿਣਤੀ ਵਿੱਚ ਅਫਗਾਨ ਲੋਕਾਂ ਨੇ ਸਰਹੱਦ ਪਾਰ ਕਰਕੇ ਹੋਰਨਾਂ ਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਦੇਸ਼ ਵਿੱਚ ਹਾਲਾਤ ਜੇਕਰ ਬਦਤਰ ਹੁੰਦੇ ਨੇ ਤਾਂ ਹਾਲਾਤ ਬਦਲ ਸਕਦੇ ਨੇ। ਗ੍ਰਾਂਡੀ ਨੇ ਕਿਹਾ ਕਿ ਮੇਰੇ ਸੰਗਠਨ ਦੀ ਤਰਜੀਹ ਹੈ ਉਜੜੇ ਲੋਕਾਂ ਦੀ ਮਦਦ ਲਈ ਮਨੁੱਖੀ ਸਹਾਇਤਾ ਦੇ ਕੰਮ ਨੂੰ ਵਧਾਉਣਾ, ਤੇਜ਼ ਕਰਨਾ। ਸਰਦੀ ਦਾ ਮੌਸਮ ਨੇੜੇ ਹੈ ਅਤੇ ਇਸ ਦੌਰਾਨ ਅਫਗਾਨਿਸਤਾਨ ਵਿੱਚ ਬਹੁਤ ਠੰਡ ਪੈਂਦੀ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਹੋਰ ਮਨੁੱਖੀ ਸਹਾਇਤਾ ਸੰਗਠਨ ਵਾਂਗ ਹੀ UNHCR ਇਸ ਬਾਰੇ ਤਾਲਿਬਾਨ ਨਾਲ ਗੱਲ ਕਰੇਗਾ। ਕੈਨੇਡਾ ਦੇ ਇੱਕ ਵਿਅਕਤੀ ਨੂੰ ਇੰਟਰਨੈਟ ਅਤੇ ਬੈਂਕ ਧੋਖਾਧੜੀ ਦੇ ਮਾਮਲਿਆਂ ਵਿੱਚ ਲੱਖਾਂ ਡਾਲਰ ਦੀ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਸਿਲਸਿਲੇ ਵਿੱਚ ਬੁੱਧਵਾਰ ਨੂੰ 140 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਅਪਰਾਧਾਂ ਦਾ ਸ਼ਿਕਾਰ ਭਾਰਤ ਦਾ ਇੱਕ ਬੈਂਕ ਵੀ ਬਣਿਆ। ਕੈਨੇਡਾ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਵਾਲੇ ਗਾਲਿਬ ਅਲਾਮਾਰੀ ਮਾਮਲਿਆਂ 'ਚ ਮਨੀ ਲਾਂਡਰਿੰਗ ਦਾ ਇਲਜ਼ਾਮ ਸਵੀਕਾਰ ਕੀਤਾ ਸੀ, ਜਿਸ ਦੇ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ। ਨਿਆਂ ਵਿਭਾਗ ਨੇ ਦੱਸਿਆ ਕਿ ਉਸ ਨੂੰ ਪੀੜਤਾਂ ਨੂੰ ਨੁਕਸਾਨ ਦੀ ਭਰਪਾਈ ਦੇ ਰੂਪ ਵਿੱਚ 3 ਕਰੋੜ ਡਾਲਰ ਤੋਂ ਜ਼ਿਆਦਾ ਦੀ ਧਨਰਾਸ਼ੀ ਦੇਣ ਦਾ ਆਦੇਸ਼ ਦਿੱਤਾ ਗਿਆ। ਅਦਾਲਤ ਨੇ ਦਸਤਾਵੇਜ਼ਾਂ ਅਨੁਸਾਰ ਅਲਾਮਾਰੀ ਅਤੇ ਹੋਰ ਸਾਜ਼ਿਸ਼ਕਰਤਾਵਾਂ ਨੇ ਪੀੜਤਾਂ ਤੋਂ ਪੈਸੇ ਚੋਰੀ ਕਰਨ ਲਈ ਬਿਜ਼ਨਸ ਈਮੇਲ ਯੋਜਨਾਵਾਂ,
ATM, ਕੈਸ਼ ਆਊਟ ਅਤੇ ਬੈਂਕ ਸਾਈਬਰ ਡਕੈਤੀ ਦਾ ਇਸਤੇਮਾਲ ਕੀਤਾ ਅਤੇ ਇਸ ਦੇ ਬਾਅਦ ਬੈਂਕ ਖਾਤਿਆਂ ਅਤੇ ਡਿਜੀਟਲ ਮੁਦਰਾ ਜ਼ਰੀਏ ਮਨੀ ਲਾਂਡਰਿੰਗ ਕੀਤੀ। ਨਿਆਂ ਵਿਭਾਗ ਨੇ ਦੱਸਿਆ ਚੋਰੀ ਕੀਤੇ ਗਏ ਪੈਸਿਆਂ 'ਚ ਉੱਤਰ ਕੋਰੀਆਈ ਸਾਈਬਰ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਸ਼ ਅਤੇ ਪਾਕਿਸਤਾਨ 'ਚ 2018 'ਚ ATM ਕੈਸ਼ ਆਊਟ ਚੋਰੀ ਸ਼ਾਮਲ ਹੈ। ਅਲਾਮਾਰੀ ਦੇ ਅਪਰਾਧਾਂ ਦੇ ਹੋਰ ਪੀੜਤਾਂ 'ਚ ਭਾਰਤ ਦਾ ਇੱਕ ਬੈਂਕ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਬ੍ਰਿਟੇਨ ਦੀਆਂ ਕੰਪਨੀਆਂ, ਅਮਰੀਕੀ ਨਾਗਰਿਕ ਅਤੇ ਬ੍ਰਿਟੇਨ ਦਾ ਇੱਕ ਪੇਸ਼ੇਵਰ ਫੁੱਟਬਾਲ ਕਲੱਬ ਵੀ ਸ਼ਾਮਲ ਹੈ। ਕੈਨੇਡਾ ਦੀਆਂ 20 ਸਤੰਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਲਿਬਰਲ ਪਾਰਟੀ ਨੇ ਵੈਨਕੂਵਰ ਈਸਟ ਸੰਸਦੀ ਹਲਕੇ ਤੋਂ ਅਪਾਹਜ ਅੰਗਰੇਜ਼ ਖਿਡਾਰੀ ਤੋਂ ਸਿਆਸਤਦਾਨ ਬਣੇ ਜੋਸ਼ ਵੈਂਡਰ ਵੀਅਸ ਨੂੰ ਆਪਣਾ ਪਾਰਟੀ ਉਮੀਦਵਾਰ ਬਣਾਇਆ। ਜੋਸ਼ ਵੈਂਡਰ ਦੇ ਜਨਮ ਤੋਂ ਹੀ ਨਾ ਤਾਂ ਦੋਵੇਂ ਲੱਤਾਂ ਹਨ ਅਤੇ ਨਾ ਹੀ ਬਾਹਾਂ ਨੇ। ਲਿਬਰਲ ਉਮੀਦਵਾਰ ਜੋਸ਼ ਵੈਂਡਰ ਵੀਲ ਚੇਅਰ ਤੇ ਬੈਠ ਕੇ ਰੋਜ਼ਾਨਾ ਆਪਣੇ ਹਲਕੇ 2 ਵੋਟਰਾਂ ਨੂੰ ਘਰ-ਘਰ ਜਾ ਕੇ ਮਿਲਦਾ ਹੈ। ਓਨਟਾਰੀਓ ਸੂਬੇ ਦੇ ਸਰਨੀਆ ਸ਼ਹਿਰ ਦੇ ਜੰਪਲ ਜੋਸ਼ ਵੈਂਡਰ ਨੇ ਵੈਸਟਰਨ ਯੂਨੀਵਰਸਿਟੀ ਤੋਂ ਪੋਲਿਟਿਕਸ ਸਾਇੰਸ ਅਤੇ ਫ੍ਰੈਂਚ ਭਾਸ਼ਾ ਵਿੱਚ ਡਿਗਰੀ ਪਾਸ ਕੀਤੀ ਹੋਈ ਹੈ। ਸਨ 2012 ਵਿੱਚ ਲੰਡਨ ਵਿਖੇ ਹੋਈਆਂ ਪੈਰਾਲੰਪਿਕ ਖੇਡਾਂ ਵਿੱਚ ਜੋਸ਼ ਵੈਂਡਰ ਨੇ ਬੋਕੀਆ ਖੇਡ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਬੀਤੇ 13 ਸਾਲ ਤੋਂ ਆਪਣੇ ਪਰਿਵਾਰ ਸਮੇਤ ਵੈਨਕੂਵਰ ਵਿਖੇ ਰਹਿ ਰਿਹਾ ਹੈ। ਜੋਸ਼ ਵੈਂਡਰ ਦਾ ਮੁਕਾਬਲਾ NDP ਉਮੀਦਵਾਰ ਜੈਨੀ ਕਵਾਨ ਨਾਲ ਹੋਵੇਗਾ। ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ 13 ਸਤੰਬਰ ਯਾਨੀ ਸੋਮਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਲਈ ਵਪਾਰਕ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ। 에ਅਰਲਾਈਨ ਨੇ ਸ਼ਨੀਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। PIA ਦੇ ਅਧਿਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਵੱਲੋਂ ਕਾਬੁਲ ਹਵਾਈ ਅੱਡੇ ਤੇ ਉਤਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ PIA ਦੇ ਬੁਲਾਰੇ ਅਬਦੁੱਲਾ ਹਾਫਿਜ਼ ਖਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਉਡਾਣ ਸੰਚਾਲਨ ਲਈ ਸਾਰੀਆਂ ਤਕਨੀਕੀ ਮਨਜ਼ੂਰੀਆਂ ਮਿਲ ਗਈਆਂ ਨੇ ਅਤੇ ਇੱਕ 에ਅਰਬੇਸ ਤੇ 320 ਜੈਟ ਯਾਤਰੀਆਂ ਨੂੰ ਇਸਲਾਮਾਬਾਦ ਤੋਂ ਕਾਬੁਲ ਲਿਜਾਣ ਵਾਲਾ ਹੈ। PIA ਦੇ ਅਧਿਕਾਰੀਆਂ ਮੁਤਾਬਕ ਪਿਛਲੇ ਮਹੀਨੇ ਦੇ ਅਖੀਰ ਵਿੱਚ PIA ਨੇ ਕਾਬੁਲ ਵਿੱਚ ਆਪਣੇ ਸੰਚਾਲਨ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰ ਦਿੱਤਾ ਸੀ। ਵਿਸਕਾਂਸਨ ਦੇ ਸਭ ਤੋਂ ਵੱਡੇ ਸਕੂਲ ਡਿਸਟ੍ਰਿਕਟ ਮਿਲਵਾਕੀ ਪਬਲਿਕ ਸਕੂਲਜ਼ ਵੱਲੋਂ ਕੋਵਿਡ-19 ਦਾ ਟੀਕਾ ਲਗਵਾਉਣ ਵਾਲੇ ਵਿਦਿਆਰਥੀਆਂ ਨੂੰ $100 ਦਿੱਤੇ ਜਾਣਗੇ। ਇਸ ਸਕੂਲ ਡਿਸਟ੍ਰਿਕਟ ਦੇ ਬੋਰਡ ਨੇ ਧਾਰਮਿਕ ਜਾਂ ਡਾਕਟਰੀ ਕਾਰਨਾਂ ਨੂੰ ਛੱਡ ਕੇ 1 ਨਵੰਬਰ ਤੱਕ ਸਟਾਫ ਲਈ ਵੀ ਟੀਕੇ ਲਾਜ਼ਮੀ ਕਰਨ ਲਈ ਵੀਰਵਾਰ ਰਾਤ ਨੂੰ ਸਰਬਸੰਮਤੀ ਨਾਲ VOTING ਕੀਤੀ। ਬੋਰਡ ਨੇ ਵਿਦਿਆਰਥੀਆਂ ਲਈ ਵੈਕਸੀਨ ਦੇ ਆਦੇਸ਼ ਤੇ ਵਿਚਾਰ ਕੀਤਾ ਅਤੇ 12 ਸਾਲ ਤੋਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ $100 ਦੀ ਪੇਸ਼ਕਸ਼ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਦੇ ਤਹਿਤ 1 ਨਵੰਬਰ ਤੱਕ ਟੀਕਾਕਰਨ ਦਾ ਸਬੂਤ ਦੇਣ ਵਾਲੇ ਵਿਦਿਆਰਥੀ ਸ਼ਾਮਲ ਨੇ। ਇਸ ਸਕੂਲ ਡਿਸਟ੍ਰਿਕਟ ਵਿੱਚ ਤਕਰੀਬਨ 31,205 ਵਿਦਿਆਰਥੀ ਨੇ ਜੋ ਕਿ ਟੀਕੇ ਦੇ ਯੋਗ ਹਨ ਅਤੇ ਇਸ ਯੋਜਨਾ ਲਈ ਤਕਰੀਬਨ $3.12 ਮਿਲੀਅਨ ਤੱਕ ਦਾ ਖਰਚਾ ਆ ਸਕਦਾ ਹੈ। ਡਿਸਟ੍ਰਿਕਟ ਦੇ ਕੋਵਿਡ-19 ਡੈਸ਼ਬੋਰਡ ਅਨੁਸਾਰ 1 ਜੁਲਾਈ ਤੋਂ ਵਿਦਿਆਰਥੀਆਂ ਅਤੇ ਸਟਾਫ ਵਿੱਚ ਕੁੱਲ 525 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ, ਜਦਕਿ 30 ਅਗਸਤ ਤੋਂ 3 ਸਤੰਬਰ ਦੇ ਹਫ਼ਤੇ ਦਰਮਿਆਨ 115 ਵਿਦਿਆਰਥੀਆਂ ਦੇ ਸਕਾਰਾਤਮਕ ਟੈਸਟ ਕੀਤੇ ਗਏ। ਇਸ ਦੇ ਇਲਾਵਾ ਸ਼ਹਿਰ ਦੇ ਡੈਸ਼ਬੋਰਡ ਅਨੁਸਾਰ ਪਿਛਲੇ 14 ਦਿਨਾਂ ਵਿੱਚ ਮਿਲਵਾਕੀ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 448 ਅਤੇ 12 ਤੋਂ 17 ਸਾਲ ਦੇ ਬੱਚਿਆਂ ਵਿੱਚ 406 ਮਾਮਲੇ ਸਾਹਮਣੇ ਆਏ ਹਨ। ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ 534ਵੇਂ ਵਿਆਹ ਸਮਾਗਮ ਦੀ ਖੁਸ਼ੀ ਵਿੱਚ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਪਵਿੱਤਰ ਸ਼ਹਿਰ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਰਵਾਨਾ ਹੋਇਆ। ਸੁਲਤਾਨਪੁਰ ਲੋਧੀ ਸਵੇਰੇ ਇਸ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਦੀ ਤਰਫੋਂ ਨਗਰ ਕੀਰਤਨ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਮਹਾਨ ਨਗਰ ਕੀਰਤਨ ਆਰੰਭ ਹੋਈ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ। ਨਗਰ ਕੀਰਤਨ ਦੇ ਤਲਵੰਡੀ ਪੁਲ ਖਾਲਸਾ ਮਾਰਬਲ ਹਾਊਸ ਅਕਾਲ ਗਲੈਕਸੀ ਗਰੁੱਪ ਪਿੰਡ ਮੇਵਾ ਸਿੰਘ ਬਾਲਾ ਮੰਗੂਪੁਰ ਖੇੜਾ ਬੇਟ ਤਲਵੰਡੀ ਚੌਧਰੀਆਂ ਫੱਤੂ ਢੀਂਗਾ ਪਹੁੰਚਣ ਤੇ ਸਾਥੀਆਂ ਨੇ ਫੁੱਲਾਂ ਦੀ ਵਰਖਾ ਕੀਤੀ। ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਦਾ ਇੱਕ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਸਾਹਮਣੇ ਸੜਕ ਦੀ ਸਫਾਈ ਕਰ ਰਿਹਾ ਸੀ। 2 ਹੈਲੀਕਾਪਟਰਾਂ ਤੋਂ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਜੋ ਕਿ ਖਿੱਚ ਦਾ ਕੇਂਦਰ ਬਣੀ ਰਹੀ। ਇਸ ਦੇ ਨਾਲ ਹੀ ਫੌਜੀ ਬੈਂਡ ਧਾਰਮਿਕ ਧੁਨਾਂ ਨਾਲ ਨਗਰ ਕੀਰਤਨ ਦੀ ਸੁੰਦਰਤਾ ਨੂੰ ਵਧਾ ਰਿਹਾ ਸੀ। ਹਜ਼ਾਰਾਂ ਸੰਗਤਾਂ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾ ਕੇ ਪ੍ਰਸ਼ਾਦ ਸਵੀਕਾਰ ਕੀਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।